ਸਤਿ ਸ਼੍ਰੀ ਅਕਾਲ। ਮੈਂ ਨਵਜੋਤ ਕੌਰ PB 32 ਨਵਾਂ ਸ਼ਹਿਰ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਅਸੀਂ ਆਏ ਹਾਂ ਨਵਾਂ ਸ਼ਹਿਰ ਕਚਹਿਰੀਆਂ ਵਿੱਚ ਤੇ ਆਓ ਅਸੀਂ ਤੁਹਾਨੂੰ ਮਿਲਾਨੇ ਆ ਦਿਨੇਸ਼ ਸੂਰੀ ਜੀ ਦੇ ਨਾਲ, ਜੋ ਇੱਕ ਪੱਤਰਕਾਰ ਦੇ ਤੌਰ ਤੇ ਨਹੀਂ, ਇੱਕ ਆਮ ਨਾਗਰਿਕ ਦੇ ਤੌਰ ਤੇ ਇੱਥੇ ਸਾਡੇ ਨਾਲ ਗੱਲਬਾਤ ਕਰਨਗੇ ਤੇ ਆਓ ਸੁਣਦੇ ਉਹਨਾਂ ਦੇ ਕੀ ਮੁੱਦੇ ਹਨ। ਜੀ ਸਤਿ ਸ਼੍ਰੀ ਅਕਾਲ ਨਵਜੋਤ, ਔਰ ਸਭ ਤੋਂ ਪਹਿਲਾਂ ਤੁਹਾਡਾ ਸ਼ੁਕਰੀਆ। ਤੇ ਜਿਹੜੀ ਆਡੀਅנס ਦੇਖ ਰਹੀ ਹੈ, ਮੈਂ ਇਹਨਾਂ ਨੂੰ ਇੰਨਾ ਦੱਸ ਦੇਵਾਂ ਕਿ ਅੱਜ ਇੱਕ ਪੱਤਰਕਾਰ ਦੇ ਤੌਰ ਤੇ ਨਹੀਂ, ਇੱਕ ਫਰਿਆਦੀ ਦੇ ਤੌਰ ਤੇ ਮੈਂ ਇੱਥੇ ਆਇਆ ਸੀਗਾ। ਸਾਨੂੰ ਢੇਰ ਸਾਰੀਆਂ ਕਾਲਸ ਆਉਂਦੀਆਂ, ਢੇਰ ਸਾਰੇ ਲੋਕ ਮੈਸੇजेस ਕਰਦੇ ਨੇ, ਔਰ ਪਤਾ ਚੱਲਦਾ ਹੈ ਕਿ ਜਿਹੜਾ ਸਾਡਾ ਸਿਸਟਮ ਹੈ, ਭ੍ਰਿਸ਼ਟ ਸਿਸਟਮ ਹੈ, ਇਹਨੂੰ ਤਾਪ ਚੜਿਆ ਆ ਤੇ ਅਸੀਂ ਤਾਂ ਬਸ ਗਿੱਲੀਆਂ ਪੱਟੀਆਂ ਕਰਨੀਆਂ ਤਾਂ ਜੋ ਜਿਹੜਾ ਇਹ ਤਾਪ ਹੈ ਉਹ ਤੋਂ ਆਰਾਮ ਮਿਲ ਸਕੇ। ਔਰ ਸੇਕ ਦਾ ਪਤਾ ਉਹਨੂੰ ਹੀ ਲੱਗਦਾ ਜਿਹਦਾ ਗਿੱਲੇ ਗੋਹੇ ਤੇ ਕਿਤੇ ਪੈਰ ਆ ਜਾਂਦਾ, ਠੀਕ ਹੈ ਨਾ। ਔਰ ਸੱਪ ਦੀ ਖੁੱਡ 'ਚ ਹੱਥ ਪਾਇਆ ਤਾਂ ਡੰਗ ਤਾਂ ਵੱਜਣਾ, ਔਰ ਡੰਗ ਨੂੰ ਅਸੀਂ ਤਿਆਰ ਹੈ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਡੰਗ ਸਾਡੀ ਪਬਲਿਕ ਤੇ ਰੋਜ਼ਾਨਾ ਨਾ ਵੱਜੇ। ਇਸ ਕਰਕੇ ਕੰਪਲੈਕਸ ਜਿਹੜਾ ਭ੍ਰਿਸ਼ਟਾਚਾਰ ਹੋ ਰਿਹਾ ਹੈ, ਜੋ ਸਾਡੇ ਤੱਕ ਪਹੁੰਚਿਆ, ਉਹਨੂੰ ਲੈ ਕੇ ਅਸੀਂ ਅੱਜ ਜਨਤਾ ਦੀ ਕਚਹਿਰੀ ਵਿੱਚ 3 ਪੁਆਇੰਟ ਰੱਖਣੇ ਆ, 3 ਮੁੱਦੇ ਰੱਖਣੇ ਆ। ਨਵਜੋਤ, ਮੈਂ ਗੱਲਬਾਤ ਸ਼ੁਰੂ ਕਰਾਂ, ਆਪਣੇ 3 ਪੁਆਇੰਟਸ ਰੱਖਾਂ ਉਸ ਤੋਂ ਪਹਿਲਾਂ ਇੰਨੀ ਗੱਲ ਜ਼ਰੂਰ ਕਹੂੰਗਾ, ਮੁੱਦਾ ਇੱਥੋਂ ਚੱਕ ਕੇ ਨਹੀਂ ਥੱਲੇ ਰੱਖਾਂਗੇ। ਹੁਣ ਪੰਜਾਬ ਦੀ ਨੌਜਵਾਨੀ ਦਾ ਕੋਈ ਮੂੰਹ ਨਹੀਂ ਫੜ ਸਕਦਾ, ਹਰ ਇੱਕ ਮੁੱਦੇ ਨੂੰ ਥੋੜ੍ਹਾ ਤਾਂ ਚੱਕਾਂਗੇ, ਥੋੜ੍ਹਾ ਤਾਂ ਚੱਕਾਂਗੇ। ਪਹਿਲਾ ਮੁੱਦਾ ਇਹ ਹੈ ਜੀ, ਮੈਂ ਚਾਹੂੰਗਾ ਕੈਮਰਾਮੈਨ ਸਾਹਿਬ ਉੱਧਰ ਥੋੜ੍ਹਾ ਜਿਹਾ ਦਿਖਾਈਓ ਜੀ। ਉਹ ਇੱਕ ਬਹੁਤ ਵੱਡੀ ਫਲੈਕਸ ਲੱਗੀ, ਐਡਵਰਟੀਜ਼ਮੈਂਟ ਲੱਗੀ ਹੈ 20 ਫਰਵਰੀ 2022 ਦੀ, ਠੀਕ ਹੈ ਜੀ। ਇੱਧਰ ਬਿਲਕੁਲ ਮੇਰੇ ਵਜੇ ਪਿੱਛੇ ਦਿਖਾ ਦਿਓ, ਇੱਧਰ ਕੈਮਰਾਮੈਨ ਸਾਹਿਬ ਦਿਖਾ ਦਿਓ। ਇੱਧਰ ਵੀ KYC ਲੱਗੀ ਹੈ, ਨੋ ਯੂਰ ਕੈਂਡੀਡੇਟ। ਸਰਕਾਰ ਵੀ ਬਣ ਚੁੱਕੀ ਹੈ, ਸਰਕਾਰ ਬਣੀ ਨੂੰ ਮਹੀਨੇ ਤੋਂ ਵੀ ਉੱਤੇ ਹੋ ਗਿਆ, ਔਰ ਅਰਵਿੰਦ ਕੇਜਰੀਵਾਲ ਸਾਹਿਬ ਨੇ ਇਹ ਵੀ ਕਹਿ ਦਿੱਤਾ ਹੈ ਕਿ ਪੰਜਾਬ 'ਚੋਂ ਭ੍ਰਿਸ਼ਟਾਚਾਰ ਖਤਮ ਹੋ ਗਿਆ। ਲੇਕਿਨ ਪੰਜਾਬ 'ਚ ਭ੍ਰਿਸ਼ਟਾਚਾਰ ਨੇ ਕਿਵੇਂ ਪੈਰ ਪਸਾਰੇ ਆ, ਮੈਂ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਝਰੀਟਾਂ ਸ਼ੀਸ਼ੇ ਤੇ ਨਹੀਂ ਆ, ਝਰੀਟਾਂ ਮੂੰਹ ਤੇ ਆ। ਸ਼ੀਸ਼ੇ ਨੂੰ ਸਾਫ਼ ਕਰਨਾ ਕੁਝ ਨਹੀਂ ਹੋਣਾ, ਸਿਰਫ ਬਿਆਨ ਦੇਣ ਨਾਲ ਕੁਝ ਨਹੀਂ ਹੋਣਾ। ਸਾਡੇ ਤਨ ਦਾ ਮਾਸ ਖਾਇਆ ਜਾ ਰਿਹਾ, ਉਹ ਕਿਵੇਂ ਖਾਇਆ ਜਾ ਰਿਹਾ ਮੈਂ ਤੁਹਾਨੂੰ ਦੱਸ ਦਿੰਦਾ। ਪਹਿਲਾ ਇਸ਼ੂ ਤਾਂ ਇਹ ਹੈ ਜੀ ਕਿ ਜਿਹੜੀ ਰਜਿਸਟਰੀ ਲਿਖਣੀ ਆ, ਉਹਦਾ ਰੇਟ ਨਿਰਧਾਰਿਤ ਕੀਤਾ ਆ 500 ਤੋਂ 550 ਰੁਪਏ। ਤੁਸੀਂ ਵੀ ਜਾ ਕੇ ਆਏ ਆ, ਮੈਂ ਵੀ ਜਾ ਕੇ ਆਇਆ, ਸਾਡੀਆਂ ਹੋਰ ਟੀਮਾਂ ਵੀ ਜਾ ਕੇ ਆਈਆਂ, ਸਾਡੇ ਕੋਲ ਗਵਾਹ ਵੀ ਆ। ਅਸੀਂ ਦੱਸ ਦਿਆਂਗੇ ਕਿਤੇ 550 ਰੁਪਈਆ ਮੰਗਿਆ ਜਾਂਦਾ, ਕਿਤੇ 700, ਕਿਤੇ 800, ਕਿਤੇ 1200, ਕਿਤੇ 2000, ਕਿਤੇ 4000 ਵੀ ਮੈਂ ਸੁਣਿਆ। 6000 ਵੀ ਹੈ ਸਰ, 6000 ਵੀ ਤੁਸੀਂ ਚਲੋ ਦੱਸ ਰਹੇ ਆ, ਤਾਂ 6000 ਤੱਕ ਜਿਹੜੀ ਚੀਜ਼ ਦਾ ਰੇਟ 500 ਆ ਉਹ 6000 'ਚ ਵਿਕ ਰਹੀ ਹੈ। ਤਾਂ ਅਸੀਂ ਕਿੱਦਾਂ ਕਹਿੰਦੇ ਨੇ ਭ੍ਰਿਸ਼ਟਾਚਾਰ ਖਤਮ ਹੋ ਗਿਆ। ਐਗਜ਼ਾਮਪਲ ਮੈਂ ਦੇ ਦਿੰਦਾ, ਮੰਨ ਲਓ ਮੈਂ ਕਿਸੇ ਦੁਕਾਨ ਤੋਂ ਦਹੀਂ ਦਾ ਡੱਬਾ ਲੈਣ ਚੱਲਾਂ, ਉੱਤੇ ਪ੍ਰਿੰਟ 35 ਲਿਖਿਆ, ਤਾਂ ਮੈਂ 100 ਰੁਪਏ ਕਿਉਂ ਦਊਂਗਾ? ਜਾਂ ਕਈ ਜਗ੍ਹਾ ਤੇ ਪ੍ਰਿੰਟ ਰੇਟ ਲਿਖਿਆ ਹੀ ਨਹੀਂ। ਤੁਸੀਂ ਕਿਸੇ ਵੀ ਕਈ ਜਾ ਕੇ ਇੱਥੇ ਕਾਊਂਟਰਸ ਤੇ ਜਾਇਓ, ਉੱਥੇ ਲਿਖਿਆ ਹੀ ਨਹੀਂ ਕਿ 550 ਰੇਟ ਆ। ਜੇ ਕਿਤੇ ਲਿਖਿਆ ਵੀ ਤਾਂ ਐਡਾ ਬੜਾ ਜਿਹੜਾ ਚਾਰਟ ਬਣਾ ਦਿੱਤਾ ਜਾਂਦਾ, ਛੋਟਾ ਜਿਹਾ ਕਰਕੇ 550 ਲਿਖਿਆ, ਜਿਵੇਂ ਕਿਸੇ ਸਰਕਾਰੀ ਸਕੂਲ 'ਚ ਘੱਟੋ ਘੱਟ 10 ਪ੍ਰਿੰਸੀਪਲ ਆ ਕੇ ਰਹਿ ਕੇ ਗਏ ਹੁੰਦੇ ਆ। ਇਹ ਤਾਂ ਛੋਟਾ ਜਿਹਾ ਕਰਕੇ ਲਿਖਿਆ, ਤਾਂ ਲੋਕੀ ਅਵੇਅਰ ਨਹੀਂ ਹੁੰਦੇ। ਮੇਰੀ ਪਹਿਲੀ ਮੰਗ ਇਹੀ ਹੈ ਕਿ ਜਿੱਥੇ ਆ ਲਿਖਿਆ ਪੰਜਾਬ ਕਰੇਗਾ ਵੋਟ 20 ਫਰਵਰੀ ਨੂੰ, ਇੱਥੇ ਘੱਟੋ ਘੱਟ ਨੋਟੀਫਿਕੇਸ਼ਨ ਹੋਵੇ, ਇੱਥੇ ਘੱਟੋ ਘੱਟ ਲਿਖਿਆ ਜਾਵੇ ਕਿ ਜੇ ਤੁਸੀਂ ਰਜਿਸਟਰੀ ਕਰਾਉਣੀ ਉਹਦਾ ਰੇਟ 500 ਆ। ਇੱਥੇ ਲੁੱਟ ਚੱਲ ਰਹੀ ਹੈ, ਜਿਹੜੀਆਂ ਗਰਜਾਂ ਦੀਆਂ ਜੋਕਾਂ ਆ ਉਹ ਸਾਡਾ ਖੂਨ ਚੂਸ ਰਹੀਆਂ। ਇੱਥੇ ਲਿਖਿਆ ਜਾਣਾ ਚਾਹੀਦਾ ਕਿ ਜਿਹੜਾ ਰਜਿਸਟਰੀ ਲਿਖਾਉਣ ਦਾ ਰੇਟ ਆ 550 ਤੱਕ ਨਿਰਧਾਰਿਤ ਹੈ, ਤਾਂ ਬਾਹਰ ਕੋਈ 6000 ਰੁਪਏ ਤੱਕ ਕਿੱਦਾਂ ਲੈ ਲੈਂਦਾ। ਸਾਡੇ ਬਜ਼ੁਰਗ ਇੱਥੇ ਕੋਈ ਖੁਸ਼ੀ ਲਈ ਥੋੜ੍ਹੇ ਹੁੰਦਾ, ਮਜਬੂਰੀ 'ਚ ਆਉਂਦਾ, ਔਰ ਮਜਬੂਰੀ ਦਾ ਫਾਇਦਾ ਲਿਆ ਜਾਂਦਾ, ਔਰ ਬੇਰੁਖੀ ਨਾਲ ਗੱਲ ਕੀਤੀ ਜਾਂਦੀ ਹੈ, ਬਦਤਮੀਜ਼ੀ ਨਾਲ ਗੱਲ ਕੀਤੀ ਜਾਂਦੀ ਹੈ। ਇਸ ਕਰਕੇ ਪਹਿਲਾ ਪੁਆਇੰਟ ਤਾਂ ਸਾਡਾ ਇਹੀ ਹੈ, ਜਿਹੜਾ ਮੈਂ ਤੁਹਾਨੂੰ ਕਿਹਾ ਕਿ ਇੱਥੇ ਨੋਟੀਫਿਕੇਸ਼ਨਸ ਹੋਣੀਆਂ ਚਾਹੀਦੀਆਂ, ਵੱਡੀਆਂ ਵੱਡੀਆਂ ਫਲੈਕਸਾਂ ਲੱਗਣੀਆਂ ਚਾਹੀਦੀਆਂ, ਅਵੇਅਰਨੈਸ ਹੋਣੀ ਚਾਹੀਦੀ ਹੈ, ਅਨਾਊਂਸਮੈਂਟ ਕਰਵਾਉਣੀ ਚਾਹੀਦੀ ਹੈ ਤਹਿਸੀਲਦਾਰ ਸਾਹਿਬ ਨੂੰ, ਸਿਵਲ ਪ੍ਰਸ਼ਾਸਨ ਨੂੰ। ਇੱਥੇ ਸਿਵਲ ਪ੍ਰਸ਼ਾਸਨ ਫੇਲ ਆ, ਚਾਹੇ ਜਿੰਨਾ ਮਰਜ਼ੀ ਕਹਿ ਦੇਣ ਜੀ ਅਸੀਂ ਥਾਂ ਥਾਂ 'ਤੇ ਜਿਹੜਾ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ, ਗੁਜਰਾਤ ਜਾ ਕੇ ਕਹਿ ਦੇਣ, ਹਿਮਾਚਲ 'ਚ ਜਾ ਕੇ ਕਹਿ ਦੇਣ, ਇੱਥੇ ਸ਼ਰੇਆਮ ਭ੍ਰਿਸ਼ਟਾਚਾਰ ਚੱਲਦਾ। ਪ੍ਰਿੰਟ ਰੇਟ ਤੋਂ ਮਹਿੰਗੀ ਚੀਜ਼ ਮਿਲ ਰਹੀ ਹੈ। ਮੈਂ ਐਗਜ਼ਾਮਪਲ ਦੇ ਕੇ ਦੱਸ ਰਿਹਾ ਕਿ ਇੱਕ ਚੀਜ਼ ਨੂੰ ਨਿਰਧਾਰਿਤ ਹੀ ਕਰ ਦਿੱਤਾ 550, ਤਾਂ 6000 ਦੀ ਕਿਵੇਂ ਵਿਕ ਰਹੀ ਆ, ਠੀਕ ਹੈ। ਦੂਜਾ ਜਿਹੜਾ ਸਾਡਾ ਮਸਲਾ ਉਹ ਇਹ ਆ ਜੀ ਕਿ ਜੇ ਰਜਿਸਟਰੀ ਕਰਾਉਣੀ ਆ, ਉਹਦੇ ਪਿੱਛੇ ਤਸਵੀਰ ਲੱਗਦੀ ਆ, ਠੀਕ ਹੈ ਨਾ, ਲੋਕੇਸ਼ਨ ਦੀ ਜਿੱਥੇ ਜਾ ਕੇ ਤੁਸੀਂ ਤਸਵੀਰ ਖਿਚਾਉਣੀ ਹੁੰਦੀ ਆ। ਪਹਿਲਾਂ ਤਾਂ ਮੈਨੂੰ ਉਹਦਾ ਰੇਟ ਹੈ ਕਿੰਨਾ, ਸਰਕਾਰੀ ਰੇਟ ਕਿੰਨਾ ਆ, ਉਹ ਪਤਾ ਕਰਨ ਲਈ ਪੂਰੀ ਜੱਦੋਜਹਿਦ ਕਰਨੀ ਪਈ ਹੈ ਸਾਡੀ ਟੀਮ ਨੂੰ। ਤੁਹਾਨੂੰ ਪਤਾ ਸੀ 2 ਵਜੇ ਦੇ ਆਏ ਆ, ਤਕਰੀਬਨ 4:40 ਤੇ ਸਾਨੂੰ ਪਤਾ ਲੱਗਦਾ ਜੀ ਉਹਦਾ ਰੇਟ ਕਿੰਨਾ। ਪਹਿਲਾਂ ਅਸੀਂ 33 ਨੰਬਰ ਕਮਰੇ 'ਚ ਗਏ, ਉਹ ਮੈਡਮ ਕਹਿੰਦੇ ਮੈਂ ਤੁਹਾਨੂੰ ਨਹੀਂ ਦੱਸ ਸਕਦੀ। ਫਿਰ ਤਹਿਸੀਲਦਾਰ ਸਾਹਿਬ ਕੋਲ ਗਏ ਆ, ਤਹਿਸੀਲਦਾਰ ਸਾਹਿਬ ਨੂੰ ਵੀ ਨਹੀਂ ਰੇਟ ਪਤਾ। ਫਿਰ ਨਾਜਰ ਆਫਿਸ ਫ਼ੋਨ ਕੀਤਾ, ਉਹ ਵੀ ਕਹਿੰਦੇ ਤੁਹਾਨੂੰ ਘੰਟੇ ਕੁ ਬਾਅਦ ਦੱਸਦੇ ਆ, ਪਤਾ ਕਰਕੇ ਅਸੀਂ ਉਹ ਕਿਵੇਂ ਦੱਸ ਦਈਏ ਕੀ ਰੇਟ ਆ। ਫਿਰ ਸਾਨੂੰ ਜਿਹੜਾ ਰਿਜ਼ਲਟ ਪਤਾ ਲੱਗਾ ਜੀ, ਰੇਟ ਪਤਾ ਲੱਗਾ, ਔਰ ਜਿੰਨਾ ਡਿਫਰੈਂਸ ਹੈ ਉਹਨਾਂ ਦੋਨਾਂ ਦੇ ਵਿੱਚ, ਜਿੰਨਾ ਰੇਟ ਸਰਕਾਰੀ ਹੈ ਉਸ ਤੋਂ ਲੈਦਾ ਜਿੰਨਾ ਠੇਕੇਦਾਰ ਰੇਟ ਲੈ ਰਿਹਾ ਆ। ਜੇ ਤੁਸੀਂ ਸੁਣੋ ਤੁਸੀਂ ਹੈਰਾਨ ਰਹਿ ਜਾਓਗੇ ਕਿ ਇੰਨੀ ਲੁੱਟ ਖਸੁੱਟ
ਇੰਨੀਆਂ ਗਰਜਾਂ ਦੀਆਂ ਜੋਕਾਂ ਨੇ ਸਾਨੂੰ ਖਾ ਲਿਆ ਰੱਜ ਕੇ। ਜਿਹੜਾ ਰੇਟ ਹੈ ਠੇਕੇਦਾਰ ਲੈ ਰਿਹਾ ਫੋਟੋ ਖਿੱਚਣ ਦਾ ਉਹ 800 ਰੁਪਇਆ ਲੈ ਰਿਹਾ। 730 ਵੀ ਸਾਡੇ ਸੁਣਨ 'ਚ ਆਇਆ, 800 ਵੀ ਸੁਣਨ 'ਚ ਆਇਆ। ਪਰ ਜਦ ਸਰਕਾਰੀ ਰੇਟ ਪਤਾ ਕਰਦੇ ਆ, ਸਰਕਾਰੀ ਰੇਟ ਸਿਰਫ 150 ਰੁਪਇਆ ਹੈ ਨਵਜੋਤ। ਤਾਂ ਤੁਸੀਂ ਆਪਣੇ ਆਪ ਕੈਲਕੂਲੇਟ ਕਰ ਲਓ, ਜੇ 1.5 ਦਾ ਦੁੱਗਣਾ ਕਰੀਏ 3 ਗੁਣਾ, ਜੇ 4 ਗੁਣਾ ਕਰੀਏ 600 ਰੁਪਇਆ ਬਣਦਾ, ਤਾਂ 600 ਤੋਂ ਵੀ ਵੱਧ ਲੈ ਰਹੇ ਆ। ਤਾਂ ਇਟ ਮੀਨਸ 4-5 ਗੁਣਾ ਰੁਪਈਆ ਜਿਹੜਾ ਆ ਆਮ ਵਿਅਕਤੀਆਂ ਤੋਂ ਵਸੂਲਿਆ ਜਾ ਰਿਹਾ, ਉਹਨਾਂ ਤੋਂ ਲੁੱਟਿਆ ਜਾ ਰਿਹਾ। ਉਹਦਾ ਕਾਰਨ ਕੀ ਹੈ, ਕੋਈ ਦੱਸ ਸਕਦਾ? ਤਹਿਸੀਲਦਾਰ ਸਾਹਿਬ ਤੋਂ ਇਹ ਸਵਾਲ ਪੁੱਛਦੇ ਹਾਂ, ਸਿਵਲ ਪ੍ਰਸ਼ਾਸਨ ਤੋਂ ਇਹ ਸਵਾਲ ਪੁੱਛਦੇ ਹਾਂ। ਇੱਥੇ ਸਿਵਲ ਪ੍ਰਸ਼ਾਸਨ ਫੇਲ ਹੁੰਦਾ ਹੋਇਆ ਨਜ਼ਰ ਆ ਰਿਹਾ। ਜਦ ਇੱਕ ਚੀਜ਼ ਦਾ ਠੇਕਾ ਦੇਤਾ, ਤੁਸੀਂ ਸਰਕਾਰ ਤੋਂ ਕਿਸੇ ਚੀਜ਼ ਦਾ ਠੇਕਾ ਮੰਗਿਆ, ਤੁਹਾਨੂੰ ਦੇ ਦਿੱਤਾ ਕਿ ਤੁਹਾਡਾ ਰੇਟ ਆ ਫਿਕਸ ਆ, ਠੇਕਾ ਤੁਸੀਂ ਲੈ ਲਓ। ਤੁਸੀਂ ਕਿਵੇਂ ਉਸ ਚੀਜ਼ ਨੂੰ ਵੱਧ ਵੇਚ ਸਕਦੇ ਹੋ? 5 ਗੁਣਾ 'ਚ ਕਿਵੇਂ ਵੇਚ ਸਕਦੇ ਹੋ? ਚਲੋ ਤਾਂ ਫਿਰ ਸਰਕਾਰ ਨੇ ਜਿੰਨਾ ਰੇਟ ਲਾਇਆ ਉਸੇ ਵੇਚੂਗੀ ਮੈਂ। ਆਪਣੇ ਕੋਲੋਂ ਤਾਂ ਵੇਚ ਨਹੀਂ ਸਕਦੀ, ਰੁਪਈਆ ਵੀ ਨਹੀਂ ਵੱਧ ਕਰ ਸਕਦੀ। ਹੁਣ ਗੱਲ ਉਹੀ ਹੈ ਕਿ ਇੱਕ ਚੀਜ਼ ਦਾ ਰੇਟ ਫਿਕਸ ਕਰ ਦਿੱਤਾ ਸਰਕਾਰ ਨੇ। ਹੁਣ ਇਹਦਾ ਤਾਂ ਮਤਲਬ ਇਹ ਹੈ ਕਿ ਕਿਸੇ ਨੇ ਪੈਟਰੋਲ ਜਿਹੜਾ ਆ ਉਹ ਜਮ੍ਹਾਂ ਕਰ ਲਿਆ, ਮੁੜ ਕੇ 500 ਦਾ ਵੇਚ ਰਿਹਾ, ਤਾਂ ਠੇਕਾ ਲੈ ਲਿਆ ਆ। ਠੇਕਾ 150 ਰੁਪਏ ਦਾ ਆ, ਲੇਕਿਨ ਉਹ ਫੋਟੋ ਖਿੱਚਣ ਦਾ 800 ਰੁਪਇਆ ਲੈ ਰਹੇ। ਉਹਦਾ ਕਾਰਨ ਕੀ ਹੈ, ਕਿਉਂ ਲੈ ਰਹੇ ਆ? ਕੋਈ ਜਵਾਬ ਹੈ? ਕੋਈ ਜਵਾਬ ਦੇ ਨਹੀਂ ਆ। ਤਾਂ ਇਹ ਲੁੱਟ ਖਸੁੱਟ ਹੋ ਕਿੰਨਾ ਰਹੀ ਆ? ਸਾਡੀ ਪਬਲਿਕ ਨਾਲ, ਸਾਡੇ ਬਜ਼ੁਰਗਾਂ ਨਾਲ, ਸਾਡੇ ਨੌਜਵਾਨਾਂ ਨਾਲ, ਜਿਨ੍ਹਾਂ ਨੂੰ ਕਾਹਲੀ ਹੁੰਦੀ ਆ, ਜਿਨ੍ਹਾਂ ਰਜਿਸਟਰੀ ਕਰਾਣੀ ਹੁੰਦੀ ਹੈ। ਉਹ ਤੋਂ ਅਗਲਾ ਜਿਹੜਾ ਮਸਲਾ ਹੈ, ਤਾਂ ਇਨਸਾਨ ਦੀ ਮਜਬੂਰੀ ਹੈ। ਅਗਲੇ ਨੇ ਆਪਣਾ ਕੰਮ ਕਰਵਾਉਣਾ, ਅਗਲਾ ਮਜਬੂਰੀ ਨੂੰ ਜਿੰਨਾ ਵੀ ਹੁੰਦਾ ਪੈਸਾ ਦਿੰਦਾ ਆ, ਕਿਉਂਕਿ ਅਗਲੇ ਨੂੰ ਆਪਣਾ ਕੰਮ ਚਾਹੀਦਾ ਉਹਦੇ ਤੋਂ। ਹੁਣ ਅਗਲੇ ਬੰਦੇ ਨੂੰ ਚਾਹੀਦਾ ਕਿ ਜੋ ਰੇਟ ਚੱਲਦਾ ਉਸੇ ਰੇਟ ਵਿੱਚ ਉਹ ਅਗਲੇ ਦੇਣ। ਮੈਂ ਤੁਹਾਨੂੰ ਇਸ ਗੱਲ ਦੱਸਦਾ ਨਾ, ਭਾਂਬੜ ਮੱਚਦੇ ਅੰਦਰ ਸਾਡੇ ਜਦੋਂ ਪਤਾ ਲੱਗਦਾ ਕਿ ਧੋਖਾ ਕੀਤਾ ਜਾ ਰਿਹਾ। ਹੁਣ ਮੈਂ ਤੁਹਾਨੂੰ ਤੀਜੀ ਗੱਲ, ਜਿਹੜਾ ਤੀਜਾ ਪੁਆਇੰਟ ਪੁੱਟ ਅਪ ਕਰਨਾ ਚਾਹੁੰਦਾ। ਆ ਇੱਕ ਸ਼ਿਕਾਇਤ ਆ ਮੇਰੇ ਕੋਲ, ਇਹ ਮੇਰੇ ਪਿਤਾ ਜੀ ਨੇ ਕੀਤੀ ਹੈ। ਤਕਰੀਬਨ 20 ਦਿਨ ਹੋ ਗਏ ਆ ਤਹਿਸੀਲਦਾਰ ਸਾਹਿਬ ਕੋਲ ਸ਼ਿਕਾਇਤ ਕੀਤੀ ਹੋਈ। ਇਹ ਸਾਨੂੰ ਹੀ ਨਹੀਂ ਪਤਾ। ਤਹਿਸੀਲਦਾਰ ਸਾਹਿਬ ਕਹਿੰਦੇ ਤੁਹਾਡੀ ਤਾਂ ਸੌਟ ਆਊਟ ਵੀ ਹੋ ਗਈ ਹੈ। ਅਸੀਂ ਕੋਈ ਬਿਆਨ ਨਹੀਂ ਦਿੱਤਾ ਤਹਿਸੀਲਦਾਰ ਸਾਹਿਬ ਨੂੰ ਜਾ ਕੇ ਕਿ ਸਾਡੀ ਸੌਟ ਆਊਟ ਹੋ ਗਈ ਆ, ਔਰ ਸਾਨੂੰ ਇਹ ਦੱਸਿਆ ਜਾ ਰਿਹਾ ਕਿ ਕਾਨੂੰਗੋ ਸਾਹਿਬ ਕਹਿੰਦੇ ਆ ਕਿ ਤੁਹਾਡੇ ਨਾਲ ਜਿਹੜਾ ਮਸਲਾ ਸੀ ਉਹ ਸੌਟ ਆਊਟ ਹੋ ਗਿਆ। ਹੁਣ ਮੈਂ ਦੱਸ ਦਿੰਦਾ ਇਹ ਕੰਪਲੀਟ ਕੀ, ਹਾਲਾਂਕਿ ਇਹ ਐਪਲੀਕੇਸ਼ਨ ਬਹੁਤ ਵੱਡੀ ਆ, ਮੈਂ ਪੂਰੀ ਪੜ੍ਹਨ ਲੱਗ ਪਿਆ ਤਾਂ ਜਿਹੜਾ 15-20 ਮਿੰਟ ਇਹਦੇ ਵਿੱਚ ਲੱਗ ਜਾਣੇ ਆ। ਔਰ ਇਹ ਐਪਲੀਕੇਸ਼ਨ ਹੈ, ਉਹ ਕਹਿੰਦੇ ਹੁੰਦੇ ਨਾ, ਜੇ ਸਰਵਿਸ ਕਰਨੀ ਹੈ ਤਾਂ ਆਪਣੇ ਘਰ ਤੋਂ ਸ਼ੁਰੂ ਕਰੋ। ਜੀ ਜੀ। ਉਹ ਸਰਵਿਸ ਜਿਹੜੀ ਅਸੀਂ ਘਰ ਤੋਂ ਸ਼ੁਰੂ ਕੀਤੀ ਹੈ, ਮੈਂ ਤਸਵੀਰ ਦਿਖਾਉਣ ਦੀ ਵੀ ਕੋਸ਼ਿਸ਼ ਕਰਦਾ, ਜਿਹਦਾ ਇਹ 800 ਰੁਪਏ ਲੈਂਦੇ, ਹਾਲਾਂਕਿ ਇਹਦੇ ਵਿੱਚ ਨਹੀਂ ਹੈ। ਪਰ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੀ ਸ਼ਿਕਾਇਤ ਅਸੀਂ ਕੀਤੀ ਆ, ਸ਼ਿਕਾਇਤ ਇਹ ਆ ਕਿ ਜਿਹੜਾ ਇੰਤਕਾਲ ਹੈ ਨਾ, ਇੰਤਕਾਲ ਇੱਕ ਸ਼ਬਦ ਆ ਜੀ, ਔਰ ਰਜਿਸਟਰੀ ਤੋਂ ਬਾਅਦ ਵੀ ਇੰਤਕਾਲ ਕੀਤਾ ਜਾਂਦਾ ਤਾਂ ਕਿ ਤੁਹਾਡਾ ਨਾਮ ਫਰਦ 'ਚ ਬੋਲੇ। ਪਰ ਸਾਡੇ ਬਜ਼ੁਰਗ ਇੰਤਕਾਲ ਕਰਾਉਂਦੇ ਉਹਨਾਂ ਦਾ ਆਪ ਇੰਤਕਾਲ ਹੋ ਜਾਂਦਾ। ਇੱਕ ਰਜਿਸਟਰੀ ਦੀ ਮੈਂ ਗੱਲ ਕਰਦਾ, ਜਿਹੜੀ ਜਿਹਦਾ ਅਸੀਂ ਇੰਤਕਾਲ ਕਰਾਉਣਾ ਸੀ। ਮੈਂ ਥੋੜ੍ਹਾ ਜਿਹਾ ਪਹਿਲਾਂ ਆਡੀਅנס ਨੂੰ ਸਮਝਾ ਦਿੰਦਾ ਜੀ ਕਿ ਜਦੋਂ ਤੁਸੀਂ ਰਜਿਸਟਰੀ ਕਰਾਉਂਦੇ ਆ, ਉਹਦੀ ਉਸ ਵੇਲੇ ਇੰਤਕਾਲ ਦੀ ਫੀਸ ਆਪਣੇ ਆਪ ਹੀ ਉਸ ਵੇਲੇ ਤੁਹਾਡੇ ਕੋਲ ਲੈ ਲਈ ਜਾਂਦੀ ਆ। ਬਈ ਇੰਤਕਾਲ ਤੁਹਾਡਾ ਕਰ ਦਿੱਤਾ ਜਾਏਗਾ, ਔਰ ਇੰਤਕਾਲ 45 ਦਿਨਾਂ 'ਚ ਹੋਣਾ ਹੁੰਦਾ। ਇੰਤਕਾਲ ਜ਼ਰੂਰੀ ਇਸ ਲਈ ਆ, ਮੰਨ ਲਓ ਮੈਂ ਨਵਜੋਤ ਹੁਣਾਂ ਤੋਂ ਜ਼ਮੀਨ ਖਰੀਦ ਲਈ ਆ, ਮੈਂ ਉਹਦੀ ਰਜਿਸਟਰੀ ਕਰਾ ਲਈ ਆ, ਕੱਲੀ ਰਜਿਸਟਰੀ ਹੋਣ ਨਾਲ ਜਿਹੜੀ ਫਰਦ ਆ ਉਹ ਮੇਰੇ ਨਾਮ 'ਤੇ ਨਹੀਂ ਬੋਲਣੀ। ਉਹਦੇ ਲਈ ਇੰਤਕਾਲ ਬਹੁਤ ਜ਼ਰੂਰੀ ਆ। ਪਰ ਇੱਥੇ ਇੰਤਕਾਲ ਦੀ ਜਿਹੜੇ ਮੈਨੂੰ ਗੁਪਤ ਸੂਤਰ ਤੋਂ ਪਤਾ ਲੱਗਿਆ, ਤਕਰੀਬਨ 150 ਇੰਤਕਾਲ ਪੈਂਡਿੰਗ ਪਏ ਆ। ਕੋਈ ਕੇਅਰ ਨਹੀਂ ਕਰਦਾ। ਜੇ ਕਿਸੇ ਕਾਨੂੰਗੋ ਨਾਲ ਜਾ ਕੇ ਗੱਲ ਕਰ ਲਓ, ਕਹਿੰਦਾ ਮੈਂ ਠੇਕਾ ਲਿਆ, ਮੈਂ ਸਾਰੇ ਪਾਸੇ ਤਾਂ ਇੱਕੋ ਕੰਮ ਕਰਾਂ। ਹਾਂ, ਇੱਥੇ ਪਟਵਾਰੀ ਵੀ ਕਈ ਸਹੀ ਆ, ਕਿਉਂਕਿ ਇੱਕ ਪਟਵਾਰੀ ਕੋਲ ਮੇਰਾ ਨੋਨ ਆ, ਉਹਦੇ ਕੋਲ 80 ਪਿੰਡ ਆ ਇਕੱਲੇ ਕੋਲ। ਇੱਥੇ ਵੀ ਉਹਨਾਂ ਦੀ ਡਿਊਟੀਆਂ ਬੜੇ ਪਾਸੇ ਲੱਗਦੀਆਂ। ਪਰ 6-6 ਸਾਲ 7-7 ਸਾਲ ਪੁਰਾਣੇ ਜੇ ਇੰਤਕਾਲ ਪਏ, ਉਹਦਾ ਜ਼ਿੰਮੇਵਾਰ ਕੌਣ ਆ? ਪ੍ਰਸ਼ਾਸਨ ਹੀ ਜ਼ਿੰਮੇਵਾਰ ਆ, ਆਮ ਬੰਦਾ ਤਾਂ ਨਹੀਂ ਜ਼ਿੰਮੇਵਾਰ, ਜਿਹੜਾ 6 ਸਾਲ ਤੋਂ ਵੇਟ ਕਰ ਰਿਹਾ ਕਿ ਕਿਹੜੇ ਵੇਲੇ ਇੰਤਕਾਲ ਹੋਊਗਾ। ਚਲੋ ਜੇ ਕਿਤੇ ਡਿਲੇ ਹੋ ਵੀ ਗਿਆ, ਖੁਦਾ ਨਾ ਖਾਸਤਾ ਰਹਿ ਵੀ ਗਿਆ, ਪਰ ਉਸ ਤੋਂ ਬਾਅਦ ਜੇ ਬੰਦੇ ਆ ਕੇ ਤੁਹਾਨੂੰ ਰਿਕੁਐਸਟ ਕਰਦੇ ਆ, ਤੁਸੀਂ ਉਹਨਾਂ ਨੂੰ ਕੀ ਕਹੋਗੇ? ਮੈਂ ਠੇਕਾ ਲਿਆ, ਮੈਂ ਤਾਂ ਪਹਿਲੇ ਉਸ ਕੁਰਸੀ ਤੇ ਬੈਠਾ ਜਿਹੜੀ ਕੰਡਿਆਂ ਦੀ ਤਾਰ ਜਿੱਥੇ ਵਿਛੀ ਹੋਇਆ। ਤੁਸੀਂ ਇਹ ਗੱਲਾਂ ਥੋੜ੍ਹੇ ਆਡੀਅנס ਨੂੰ ਕਹਿਣੀਆਂ ਜਾਂ ਆਮ ਪਬਲਿਕ ਨੂੰ ਕਹਿਣੀਆਂ, ਜਿਹੜੀ ਤੁਹਾਡੇ ਕੋਲ ਕੰਮ ਕਰਾਉਣ ਆ ਰਹੇ ਆ। ਤੁਸੀਂ ਤਾਂ ਉਹਨਾਂ ਨੂੰ ਜੀ ਕਹਿ ਕੇ ਕੰਮ ਕਰਨਾ। ਤਾਂ ਇਹ ਇੰਤਕਾਲ ਦਾ ਜਿਹੜਾ ਰੌਲਾ ਆ, ਇਹ ਬਹੁਤ ਵੱਡਾ ਰੌਲਾ ਆ। ਇੰਤਕਾਲ ਆਟੋਮੈਟਿਕਲੀ ਹੋਣਾ ਚਾਹੀਦਾ, ਸਿੰਪਲ ਵੇ ਨਾਲ ਹੋਣਾ ਚਾਹੀਦਾ। ਲੇਕਿਨ ਜਿਹੜੀ ਸਾਨੂੰ ਟਰਬਲ ਆਈ ਸੀ ਉਹ ਇਹ ਸੀਗੀ, ਕਾਨੂੰਗੋ ਸਾਹਿਬ ਨੇ ਸਾਡੇ ਤੋਂ ਪਾਵਰ ਆਫ ਟਰਨੀ ਮੰਗੀ, ਜਾ ਕੇ ਕਿ ਜਿਹੜੇ ਬੰਦਿਆਂ ਦੇ ਨਾਮ ਇੰਤਕਾਲ ਕਰਨਾ ਉਹ ਪ੍ਰਦੇਸ਼ 'ਚ ਰਹਿੰਦੇ, ਉਹਨਾਂ ਨੂੰ ਸੱਦ ਲਓ। ਹੁਣ ਪ੍ਰਦੇਸ਼ ਤੋਂ ਆਉਣਾ 2-3 ਜਾਣਿਆਂ ਨੇ, ਟਿਕਟਾਂ ਦੇ ਕਿੰਨੇ ਰੁਪਏ ਲੱਗ ਜਾਣੇ ਆ, ਕੋਵਿਡ ਦਾ ਕਿੰਨਾ ਝੰਜਟ ਹੈ, ਠੀਕ ਹੈ। ਜੇ ਪਾਵਰ ਆਫ ਅਟਰਨੀ ਮੰਗਾਣੀ ਹੈ ਤਾਂ ਉਹਦੇ ਲਈ ਹੋਰ ਕਿੰਨੀਆਂ ਚੀਜ਼ਾਂ ਮੰਗਾਣੀਆਂ ਪੈਣੀਆਂ। ਤਾਂ ਐਂਡ 'ਚ ਬੰਦਾ ਕੀ ਕਹਿੰਦਾ, ਦੱਸੋ ਭਾਈ ਕੀ ਲੈਣੇ ਆ, ਕੰਮ ਕਰਾ ਦਿਓ। ਤਾਂ ਇਹਦਾ ਮਤਲਬ ਜੇ ਸਾਡੇ ਨਾਲ ਹੋਇਆ ਤਾਂ ਬਥੇਰੇ ਨਾਲ ਹੁੰਦਾ ਹੋਊਗਾ। ਔਰ 150 ਦੇ ਆਸ-ਪਾਸ ਮੈਂ ਤੁਹਾਨੂੰ ਦੱਸਿਆ ਕਿ ਜੋ ਮੇਰੇ ਗੁਪਤ ਸੂਤਰ ਦੱਸਦੇ ਆ, ਇੰਤਕਾਲ ਪੈਂਡਿੰਗ ਪਏ ਆ। ਉਹ ਹੋਰ ਵੀ ਬਹੁਤ ਹੋ ਸਕਦੇ ਆ। ਹਾਲਾਂਕਿ ਜਿਵੇਂ ਅਸੀਂ ਅੱਜ ਵੀ ਇੱਕ ਰਿਪੋਰਟ ਪੜ੍ਹਦੇ ਹਾਂ ਕਿ ਤਕਰੀਬਨ 36,000 ਏਕੜ ਤਾਂ ਪੰਚਾਇਤੀ ਜ਼ਮੀਨ ਦੱਬੀ ਹੋਏ ਪਈ ਆ, ਜਿਹਦੇ ਵਿੱਚ ਬਹੁਤੀ ਤਾਂ ਦੱਬੀ ਉਹਨਾਂ ਨੇ ਜਿਹੜੇ ਰਸੂਖਵਾਨ ਵਿਅਕਤੀ ਆ, ਵੱਡੇ ਬੰਦੇ ਆ,
ਤਾਂ ਇਸੇ ਤਰੀਕੇ ਵੱਡੇ ਬੰਦੇ ਤਾਂ ਪੈਸਾ ਦੇ ਕੇ ਫਿਰ ਕੰਮ ਕਰਾਉਣ ਨੂੰ ਕਹਿ ਦਿੰਦੇ ਆ ਕਿ ਆ ਲਓ ਫੜੋ ਪੈਸਾ, ਸਾਡਾ ਕੰਮ ਕਰ ਦਿਓ। ਮਾੜਾ ਬੰਦਾ ਬਸ ਗੇੜੇ ਮਾਰਦਾ ਰਹਿੰਦਾ, ਉਹਦੀ ਜੁੱਤੀਆਂ ਘਸ ਜਾਂਦੀਆਂ, ਲੇਕਿਨ ਇਹਨਾਂ ਦੇ ਸਿਰ ਤੇ ਜੂੰ ਨਹੀਂ ਸਰਕਦੀ। ਤਾਂ ਆਹ ਜਿਹੜੇ 3 ਮੁੱਦੇ ਸੀਗੇ ਉਹ ਅਸੀਂ ਅੱਜ ਜਿਹੜੇ ਆ ਸ਼ੁਰੂ ਕੀਤੇ ਆ। ਔਰ ਮੈਂ ਜਿਹੜੀ ਆਮ ਪਬਲਿਕ ਹੈ ਉਹਨੂੰ ਵੀ ਇਹੀ ਬੇਨਤੀ ਕਰਦਾ ਕਿ ਉਹ ਇਹਦੇ ਵਿੱਚ ਵੱਧ ਚੜ੍ਹ ਕੇ ਸਹਿਯੋਗ ਕਰਨ, ਕਿਉਂਕਿ ਫਾਇਦਾ ਉਹਨਾਂ ਦਾ ਹੀ ਆ। ਜਿਸ ਚੀਜ਼ ਦਾ ਰੇਟ ਹੀ 550 ਨਿਰਧਾਰਿਤ ਕੀਤਾ ਹੈ, ਉਹਦਾ ਤੁਹਾਨੂੰ 4000 6000 ਜਾਂ 700 ਰੁਪਈਆ ਦੇਣ ਦੀ ਵੀ ਬਿਲਕੁਲ ਜ਼ਰੂਰਤ ਨਹੀਂ ਆ। ਤੁਸੀਂ ਨਜਾਇਜ਼ 1 ਰੁਪਿਆ ਨਹੀਂ ਦੇਣਾ। ਦੂਜੀ ਗੱਲ, ਫੋਟੋ ਦਾ ਰੇਟ 150 ਰੁਪਈਆ ਆ, ਤੁਹਾਡੇ ਤੋਂ ਕੋਈ 800 ਮੰਗਦਾ ਤਾਂ ਬਿਲਕੁਲ ਤੁਹਾਨੂੰ 800 ਰੁਪਈਆ ਦੇਣ ਦੀ ਲੋੜ ਨਹੀਂ ਆ। 150 ਦਾ ਮਤਲਬ 150। ਹਿਸਾਬ ਮੈਡਮ ਰੁਪਈਏ ਦਾ ਹੋਣਾ ਚਾਹੀਦਾ, ਹਿਸਾਬ ਟਕੇ ਦਾ। ਬਖਸ਼ੀਸ਼ ਭਾਵੇਂ ਲੱਖ ਰੁਪਏ ਦੀ ਦੇ ਦਿਓ, ਉਹਦਾ ਕੋਈ ਮਤਲਬ ਨਹੀਂ, ਠੀਕ ਹੈ ਨਾ। ਮੈਨੂੰ ਕੋਈ ਕਿਸੇ ਦਾ ਕੰਮ ਪਸੰਦ ਆਇਆ, ਮੈਂ ਕਹਿੰਦਾ ਕਿ ਫੜ ਯਾਰ 500 ਤੇਰਾ ਇਨਾਮ, ਉਹ ਵੱਖਰੀ ਗੱਲ ਹੈ। ਪਰ ਜੇ ਹਿਸਾਬ ਹੈ, ਉਹ ਕਹਿੰਦੇ ਮਾਮਾ ਧੀਆਂ ਦਾ ਵੀ ਹੋਣਾ ਚਾਹੀਦਾ, ਹਿਸਾਬ ਟਕੇ ਦਾ। ਤਾਂ ਇਸ ਕਰਕੇ ਜਿਸ ਚੀਜ਼ ਦਾ ਰੇਟ 150 ਆ, 150 151 ਵੀ ਨਹੀਂ ਦੇਣੇ। ਸਰਕਾਰ ਨੇ ਕੋਈ 149 ਤਾਂ ਨਹੀਂ ਰੱਖੇ, 150 ਰੱਖਿਆ ਤਾਂ ਪੂਰਾ 150 ਦੇਣਾ, 151 ਵੀ ਨਹੀਂ ਦੇਣਾ। 550 ਹੀ ਤੁਸੀਂ ਰਜਿਸਟਰੀ ਲਿਖਾਈ ਦਾ ਦੇਣਾ, ਉਸ ਤੋਂ ਵੱਧ ਨਹੀਂ ਦੇਣਾ। 150 ਫੋਟੋਗ੍ਰਾਫਰੀ ਦਾ ਦੇਣਾ। ਔਰ ਇੰਤਕਾਲ ਦਾ ਤੁਹਾਨੂੰ ਨਾ ਤਾਂ ਪਾਵਰ ਆਫ ਅਟਰਨੀ ਦੀ ਲੋੜ ਆ, ਨਾ ਤਾਂ ਇੰਤਕਾਲ ਦੇ ਲਈ ਤੁਹਾਨੂੰ ਜਿਹੜੇ ਬੰਦੇ ਪ੍ਰਦੇਸ਼ 'ਚ ਬੈਠੇ ਉਹਨਾਂ ਨੂੰ ਆਉਣ ਦੀ ਲੋੜ ਆ। ਜਿੱਦਾਂ ਰਜਿਸਟਰੀ ਹੋਈ ਆ ਉਹਦੇ ਬਿਆਫ ਤੇ ਇੰਤਕਾਲ ਦੇ ਪੈਸੇ ਤੁਹਾਡੇ ਤੋਂ ਆਟੋਮੈਟਿਕਲੀ ਪਹਿਲੇ ਹੀ ਲੈ ਲਏ ਜਾਂਦੇ ਆ। ਔਰ ਇਸ ਕਰਕੇ ਹੁਣ ਜਿਹੜਾ ਤੁਸੀਂ ਆ ਇਹ ਚੀਜ਼ਾਂ ਦਾ ਖਿਆਲ ਰੱਖਣਾ। ਅਸੀਂ ਇੱਥੇ ਹੀ ਮੌਜੂਦ ਆ। ਸੋਸ਼ਲ ਮੀਡੀਆ ਜਿੰਨਾ ਕੁ ਸਾਡੇ ਕੋਲ ਆ ਓਨਾ ਕੁ ਤੁਹਾਡੀ ਜੇਬ 'ਚ ਵੀ ਹੁੰਦਾ। ਤੁਸੀਂ ਉਹ ਤੋਂ ਜਿਹੜੀ ਆ ਵੀਡੀਓ ਬਣਾ ਕੇ ਸਾਡੇ ਤੱਕ ਅੱਪੜਦੀ ਕਰ ਦੇਣੀ ਆ। ਔਰ ਇਹ ਵੀਡੀਓ ਆ ਜਿਹੜੀ ਆ ਉਹ ਸਰਕਾਰ ਤੱਕ ਜ਼ਰੂਰ ਅਸੀਂ ਪਹੁੰਚਾਉਣੀ ਆ। ਉਹਦਾ ਕਾਰਨ ਇਹ ਆ ਕਿ ਸਰਕਾਰ ਜਿਹੜੀ ਆ ਹਿੱਕ ਠੋਕ ਕੇ ਕਹਿੰਦੀ ਆ, ਭੱਜੇ ਅਸੀਂ ਵੀ ਨਹੀਂ। ਅਸੀਂ ਵੀ ਕਹਿੰਦੇ ਆ ਕਿ ਸਰਕਾਰ ਦੇ ਨਾਲ ਪੂਰਾ ਨਿਭਾਂਗੇ। ਰਵਾਇਤੀ ਸਿਸਟਮ ਚੇਂਜ ਹੋਇਆ, ਲੇਕਿਨ ਹਾਲੇ ਵੀ ਰਵਾਇਤੀ ਜਿਹੜੀਆਂ ਪਾਰਟੀਆਂ ਆ, ਸਰਕਾਰਾਂ ਆ, ਉਹ ਚੇਂਜ ਹੋਈਆਂ, ਲੇਕਿਨ ਸਿਸਟਮ ਜਿਹੜਾ ਰਵਾਇਤੀ ਆ ਉਹ ਹਾਲੇ ਵੀ ਉਹੀ ਚੱਲ ਰਿਹਾ। ਪਟਵਾਰੀਆਂ ਦੇ ਵੀ ਉਹੀ ਜਵਾਬ ਆ, ਕਾਨੂੰਗੋ ਦੇ ਉਹੀ ਜਵਾਬ ਆ, ਠੇਕੇਦਾਰਾਂ ਦੇ ਵੀ ਉਹੀ ਜਵਾਬ ਆ, ਫੋਟੋਗ੍ਰਾਫਰੀ ਦੇ ਜੇ ਤੁਸੀਂ ਜਾਣਾ ਫੋਟੋ ਦੇ ਵੀ ਉਹੀ ਜਵਾਬ ਆ, ਇੰਤਕਾਲ ਦੇ ਵੀ ਉਹੀ ਜਵਾਬ ਆ। ਇਹ ਰਵਾਇਤੀ ਸਿਸਟਮ ਜਿਹੜਾ ਆ ਉਹ ਖਤਮ ਕਰਾਉਣਾ। ਬਾਹਰ ਜਿਹੜੀ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਆ ਉਸ ਦੇ ਮੱਦੇਨਜ਼ਰ, ਉਸ ਦੇ ਮੁਨੱਸਰ ਅਸੀਂ ਤਹਿਸੀਲਦਾਰ ਸਾਹਿਬ ਤੋਂ ਪਹੁੰਚੇ ਔਰ ਇਹਨਾਂ ਦੇ ਧਿਆਨ ਵਿੱਚ ਸਾਰੀਆਂ ਗੱਲਾਂ ਲਿਆਂਦੀਆਂ। ਖਾਸ ਕਰਕੇ ਜਿਵੇਂ ਲਿਖਾਈ ਦੀ ਗੱਲ ਹੈ, ਰਜਿਸਟਰੀ ਦੀ ਲਿਖਾਈ, ਉਹਦਾ ਰੇਟ ਜਿਹੜਾ 550 ਰੁਪਏ ਤੱਕ ਨਿਰਧਾਰਿਤ ਕੀਤਾ ਗਿਆ, ਲੇਕਿਨ ਇੱਥੇ ਲੱਗਿਆ ਦਾ ਲੱਗ ਰਿਹਾ। ਔਰ ਹਰ ਇੱਕ ਦੁਕਾਨ ਦੇ ਬਾਹਰ ਜਿਹੜਾ ਨੋਟਿਸ ਬੋਰਡ ਨਹੀਂ ਲੱਗਿਆ ਹੋਇਆ ਕਿ ਲਿਖਾਈ ਦਾ ਰੇਟ ਕੀ ਹੈ। ਔਰ ਇੱਥੇ ਅੰਦਰ ਆ ਕੇ ਇੱਕ ਚੀਜ਼ ਦੀ ਕਲੈਰਿਟੀ ਹੋਈ ਹੈ, ਕਿਉਂਕਿ ਪਹਿਲਾਂ ਅਸੀਂ ਹਰਪਾਲ ਜੀ ਨਾਲ ਗੱਲ ਕੀਤੀ ਤਾਂ ਉਹਨੇ ਦੱਸਿਆ ਕਿ ਜਿਹੜਾ 150 ਰੁਪਈਆ ਰੇਟ ਹੈ ਫੋਟੋ ਖਿਚਾਈ ਦਾ, ਲੋਕੇਸ਼ਨ ਦਾ, ਪਲਾਟ ਦਾ, ਲੇਕਿਨ ਇੱਥੇ ਆ ਕੇ ਤਹਿਸੀਲਦਾਰ ਸਾਹਿਬ ਨੇ ਕਨਫਰਮ ਕੀਤਾ ਕਿ 200 ਰੁਪਏ ਉਹਦਾ ਰੇਟ ਹੈ। ਔਰ ਜੇ ਗੱਡੀ ਖੜੀ ਕਰਨੀ ਹੈ ਤਾਂ 30 ਰੁਪਏ ਜਿਹੜਾ ਰੇਟ ਹੈ ਗੱਡੀ ਖੜੀ ਕਰਨ ਦਾ। ਤਾਂ ਸਰ ਦੇ ਅੱਗੇ ਅਸੀਂ ਬੇਨਤੀ ਕਰਦੇ ਹਾਂ ਕਿ ਇਹਦੇ ਉੱਤੇ ਜਿਹੜਾ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ, ਸਟ੍ਰਿਕਟ ਇੰਪਲੀਮੈਂਟੇਸ਼ਨ ਹੋਣਾ ਚਾਹੀਦਾ। ਔਰ ਇਹ ਸਾਰੀਆਂ ਗੱਲਾਂ ਸਰ ਦੇ ਧਿਆਨ ਵਿੱਚ ਲਿਆ ਕੇ ਅਸੀਂ ਰੱਖੀਆਂ। ਔਰ ਸਰ ਤੋਂ ਜਾਣਦੇ ਇਸ ਉੱਤੇ ਸਰ ਦਾ ਕੀ ਕਹਿਣਾ। ਜੀ ਸਰ। ਇੱਦਾਂ ਦੀ ਚਲੋ ਜੇ ਤੁਹਾਡੇ ਧਿਆਨ 'ਚ ਲਿਆਂਦੀ ਗਈ ਆ, ਸਾਨੂੰ ਤਾਂ ਇਹੀ ਸੀਗਾ ਵੀ ਗਵਰਨਮੈਂਟ ਦੀਆਂ ਹਦਾਇਤਾਂ ਦੇ ਮੁਤਾਬਕ ਹੀ ਰੇਟ ਲੈਂਦੇ ਹੋਣਗੇ। ਥੋੜ੍ਹੇ ਦਿਨਾਂ ਦੇ ਵਿੱਚ ਅਸੀਂ ਪਹਿਲਾਂ ਹੀ ਜਿਹੜਾ ਇਹਨਾਂ ਨੂੰ ਰੇਟ ਲਿਸਟਾਂ ਲਾਉਣ ਦੀ ਹਦਾਇਤ ਵੀ ਕੀਤੀ ਸੀਗੀ ਔਰ ਉਹਦੇ ਮੁਤਾਬਕ ਇਹਨਾਂ ਨੇ ਸਾਡੀ ਰਿਪੋਰਟ ਵੀ ਆਈ ਗਈ ਆ ਵੀ ਅਸੀਂ ਸਾਰੇ ਰੇਟ ਜਿਹੜੇ ਗਿਆ ਵਸੀਕਾ ਨਵੀਸਾਂ ਨੇ ਕਿਹਾ ਸੀਗਾ ਵੀ ਅਸੀਂ ਆਪਣੇ ਨਿਰਧਾਰਿਤ ਕਰਕੇ ਲਿਸਟ ਜਿਹੜੀ ਆਪਣੇ ਸਾਰੇ ਟੇਬਲਸ 'ਤੇ ਲਗਾ ਲਈ ਗਈ। ਸਾਰਿਆਂ ਦੇ ਨਹੀਂ ਲੱਗੀ, ਪਰ ਫਿਰ ਵੀ ਜੇ ਕਿਸੇ ਦੇ ਨਹੀਂ ਲੱਗੀ ਉਹ ਲਵਾ ਵੀ ਦਿੱਤੀ ਜਾਊਗੀ ਔਰ ਜਿਹੜਾ ਉਹਨੂੰ ਸਟ੍ਰਿਕਟਲੀ ਜਿਹੜਾ ਉਹਨੂੰ ਇੰਪਲੀਮੈਂਟ ਵੀ ਕਰਵਾ ਲਿਆ ਜਾਊਗਾ ਜੇ ਕੋਈ ਨਹੀਂ ਕਰਦਾ ਤਾਂ। ਕਰਦੇ ਵੀ ਆ, ਬਹੁਤ ਸਾਰੇ ਕਰਦੇ ਵੀ ਆ। ਜੇ ਕੋਈ ਵਿਰਲਾ ਬੰਦਾ ਕੋਈ ਨਹੀਂ ਕਰਦਾ ਹੈਗਾ ਤਾਂ ਉਹ ਜਿਹੜਾ ਉਹਨੂੰ ਕਰਵਾ ਇਹ ਗੱਲ ਠੀਕ ਹੈ, ਸਾਰੇ ਕਈ ਕਰਦੇ ਵੀ ਆ। 550 ਮੰਗਿਆ, ਇੱਦਾਂ ਨਹੀਂ ਕਿ ਸਾਰਿਆਂ ਨੇ ਜਿਹੜਾ ਰੇਟ ਵੱਧ ਮੰਗਿਆ, 2-3 ਜਣੇ ਨੇ 550 ਮੰਗਿਆ ਵੀ ਆ, ਪਰ ਸਰ ਰੈਂਡਮਲੀ ਲੱਗਿਆ ਦਾ ਵੀ ਲਾ ਰਹੇ ਆ। ਉਹਨਾਂ ਨੂੰ ਵੀ ਜੇ ਕੋਈ ਇੱਦਾਂ ਦੀ ਸਾਡੇ ਕੋਲ ਸਪੈਸੀਫਿਕਲੀ ਜਿਹੜਾ ਔਰ ਇਹਦੇ ਕੋਈ ਸ਼ਿਕਾਇਤ ਆਉਂਦੀ ਤਾਂ ਉਹਨੂੰ ਇੰਪਲੀਮੈਂਟ ਕਰਵਾਉਣ ਵਾਸਤੇ ਅਸੀਂ ਉਹਦੇ ਅਗੇਂਸਟ ਜਿਹੜਾ ਸਟ੍ਰਿਕਟਲੀ ਪੇਸ਼ ਆਵਾਂਗੇ। ਸਰ ਜਿਹੜੀ ਫੋਟੋ ਆ ਪਲਾਟ ਦੀ ਖਿੱਚਣ ਜਾਣੀ ਹੈ, ਤੁਸੀਂ 200 ਰੁਪਇਆ ਰੇਟ ਦੱਸ ਰਹੇ ਹੋ, ਲੇਕਿਨ ਸਾਡੀ ਟੀਮ ਤੋਂ 800 ਰੁਪਇਆ ਮੰਗਿਆ ਗਿਆ ਜਦ ਗਏ। ਇੱਦਾਂ ਦੇ ਅੱਜ ਹੀ ਜਿਹੜਾ ਤੁਸੀਂ ਧਿਆਨ 'ਚ ਲਿਆਂਦੀ ਗੱਲ ਜਿਹੜਾ ਜੋ ਅੱਜ ਹੀ ਉਹਨਾਂ ਨੂੰ ਜਿਹੜਾ ਵੀ ਸਾਡਾ ਠੇਕੇਦਾਰ ਹੈਗਾ ਉਹਨਾਂ ਨੂੰ ਬੁਲਾ ਕੇ ਜਿਹੜਾ ਜੋ ਹੈਗਾ ਇਹਦੇ ਬਾਰੇ ਅਸੀਂ ਹਦਾਇਤਾਂ ਕਰ ਦਾਂਗੇ। ਸਟ੍ਰਿਕਟਲੀ ਜਿਹੜਾ ਇੰਪਲੀਮੈਂਟੇਸ਼ਨ ਕਰਵਾਵਾਂਗੇ ਜਿਹੜੇ ਵੀ ਸਾਡੇ ਰਿਟਰਨ ਨਿਰਧਾਰਿਤ ਕੀਤੇ ਗਏ। ਸਰ ਇੱਕ ਲਾਸਟ ਮੇਰਾ ਕੁਐਸਚਨ ਹੈ ਜੀ, ਇੱਕ ਬੇਨਤੀ ਲਾ ਲਓ, ਕਿਉਂਕਿ ਬਾਹਰ ਅਸੀਂ ਫਲੈਕਸਾਂ ਦੇਖ ਕੇ ਆਏ ਹਾਂ, KYC ਦੀਆਂ ਫਲੈਕਸਿਸ ਲੱਗੀਆਂ ਹੋਈਆਂ, ਜਾਂ ਦੂਜੇ ਪਾਸੇ 20 ਫਰਵਰੀ ਨੂੰ ਵੋਟ ਪਾਓ ਦੀਆਂ ਫਲੈਕਸਿਸ ਲੱਗੀਆਂ ਹੋਈਆਂ। ਅਸੀਂ ਚਾਹੁੰਦੇ ਹਾਂ ਕਿ ਉੱਥੇ ਘੱਟੋ ਘੱਟ ਰੇਟ ਲਿਸਟ ਲਿਖੇ ਹੋਣ, ਲੋਕਾਂ ਨੂੰ ਅਵੇਅਰਨੈਸ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਕੋਈ ਠੱਗੀ ਨਾ ਮਾਰ ਸਕੇ, ਉਹਨਾਂ ਨੂੰ ਕੋਈ ਗੁੰਮਰਾਹ ਨਾ ਕਰ ਸਕੇ। ਜੋ ਵੀ ਜਿਹੜਾ ਗੌਰਮੈਂਟ ਦੀਆਂ ਹਦਾਇਤਾਂ ਹੈਗੀਆਂ ਉਹਦੇ ਮੁਤਾਬਕ ਹੀ ਜਿਹੜੇ ਬੋਰਡ ਲਾਏ ਜਾਂਦੇ ਹੈਗੇ। ਤੋ ਵੈਸੇ ਜਿਸ ਤਰ੍ਹਾਂ ਵੱਡੀ ਫਲੈਕਸ ਲੱਗੀਆਂ ਹੈਗੀਆਂ ਇੱਦਾਂ ਦੇ ਹਜੇ ਤੱਕ ਗੌਰਮੈਂਟ ਵੱਲੋਂ ਕੋਈ ਇੱਦਾਂ ਦੀ ਹਦਾਇਤ ਨਹੀਂ ਹੈਗੀ।
ਕਿਉਂਕਿ ਉੱਦਾਂ ਦੀ ਹਦਾਇਤ ਵੀ ਗੌਰਮੈਂਟ ਕਰ ਦੇਗੀ, ਸਾਨੂੰ ਲਾਉਣ 'ਚ ਕੋਈ ਹਰਜ ਸਰ ਨਹੀਂ। ਵੋਟਾਂ ਤਾਂ ਹੋ ਗਈਆਂ ਨਾ ਜੀ, ਉਹ KYC ਪੁਰਾਣਾ ਹੋ ਗਿਆ ਜੀ। ਉਹ ਚਲੋ ਵੋਟਾਂ ਹੋ ਗਈਆਂ, ਉਹਦਾ ਤਾਂ ਇਹ ਹੈਗਾ ਵੀ ਵੋਟਾਂ ਦਾ ਇੱਥੇ ਸਾਡਾ ਭਾਰਤ ਦੇਸ਼ ਹੈਗਾ, ਜੀ। ਉਹਦੇ ਮੁਤਾਬਕ ਜਿਹੜਾ ਹਰੇਕ ਸਾਲ ਕੁ ਬਾਅਦ ਸਾਡੇ ਕੋਲ ਵੋਟਰ ਇਲੈਕਸ਼ਨ ਆਉਂਦੀ ਰਹਿੰਦੀ ਹੈਗੀ ਆ। ਪਰ ਇਹ ਵੀਹ ਫਰਵਰੀ ਵਾਲਾ ਅਗਲੀਆਂ ਇਲੈਕਸ਼ਨਾਂ ਵਾਸਤੇ ਸ਼ਾਇਦ ਆਈ ਥਿੰਕ ਜਿਹੜਾ ਮੋਟੀਵੇਟ ਕਰਦੇ ਹੁਣ ਸਾਰਿਆਂ ਜੀ। ਔਰ ਇਹਦੇ 'ਚ ਕੋਈ ਗਲਤ ਮੈਸੇਜ ਤਾਂ ਜਾਂਦਾ ਨਹੀਂ ਹੈ, ਚੰਗਾ ਮੈਸੇਜ ਹੀ ਹੈ। ਜੇ ਕੋਈ ਜਿਹੜਾ 20 ਫਰਵਰੀ ਵਾਲੀ ਵੀ ਲੱਗੀ ਨਾ ਇੱਕ ਜੀ, ਉਹ ਲੰਘ ਗਈ ਹੈ। ਖੈਰ 20 ਫਰਵਰੀ ਵਾਲੇ ਉਹੀ ਮੈਂ ਤੁਹਾਨੂੰ ਕਿਹਾ ਮੋਟੀਵੇਟ ਤਾਂ ਕਰਦੀ ਹੀ ਹੈ, ਪਰ ਫਿਰ ਵੀ ਉਹਨੂੰ ਵੀ ਕੱਲ੍ਹ ਨੂੰ ਗੱਲ ਕਰਕੇ ਤੇ ਲਵਾ ਦਿੰਦੇ ਬੋਰਡ, ਅਗਰ ਤੁਹਾਨੂੰ ਮੈਨੂੰ ਲੱਗਦਾ ਵੀ ਨਹੀਂ ਲੱਗਣਾ ਚਾਹੀਦਾ। ਚਲੋ ਜੀ, ਸ਼ੁਕਰੀਆ ਸਰ, ਥੈਂਕ ਯੂ ਵੈਰੀ ਮਚ, ਥੈਂਕ ਯੂ।